ਹੈਲੋ, ਸਤਿ ਸ਼੍ਰੀ ਅਕਾਲ, ਨਮਸਕਾਰ। ਸੋ ਆਪਣਾ ਟੌਪਿਕ ਹੈਗਾ ਕੈਮਿਸਟਰੀ ਦੇ ਵਿੱਚ ਵੇਪਰ ਡੈਂਸਿਟੀ ਐਂਡ ਰਿਲੇਟਿਵ ਡੈਂਸਿਟੀ। ਇਹ ਕਨਸੈਪਟਸ ਹੈਗੇ ਆ ਜਿਹੜੇ ਸਾਨੂੰ ਇਨ ਜਨਰਲ ਪਤਾ ਹੋਣੇ ਚਾਹੀਦੇ ਆ। ਇਹਨਾਂ ਦੇ ਵਿੱਚ ਲੋੜ ਪੈ ਜਾਂਦੀ ਹੈ, ਡਾਇਰੈਕਟਲੀ ਸਿਲੇਬਸ ਦਾ ਹਿੱਸਾ ਨਹੀਂ ਹੁੰਦੇ, ਬਟ ਇਹਨਾਂ ਦੇ ਬਾਰੇ ਸਾਨੂੰ ਪਤਾ ਹੋਣਾ ਚਾਹੀਦਾ ਹੈ। ਸੋ ਵੇਪਰ ਡੈਂਸਿਟੀ ਮਤਲਬ ਡੈਂਸਿਟੀ ਤੋਂ ਜਿਵੇਂ ਸਾਨੂੰ ਮਤਲਬ ਸਮਝਦੇ ਹੀ ਆਪਾਂ ਕਿ ਮਾਸ ਪਰ ਯੂਨਿਟ ਵੋਲੀਅਮ ਜਾਂ ਸੰਘਣਾਪਣ ਜਿਹਨੂੰ ਆਪਾਂ ਕਹਿ ਲਈਏ, ਇਹ ਕਿੰਨੀ ਨੇੜੇ ਬੈਠੇ ਹੋਏ ਆ, ਜੁੜ ਕੇ ਬੈਠੇ ਹੋਏ ਆ। ਸੋ ਡੈਂਸਿਟੀ ਦਾ ਕੁਛ ਮਤਲਬ ਇਸ ਤਰ੍ਹਾਂ ਦਾ ਹੁੰਦਾ ਕਿ ਟਾਈਟ ਕੋਲ ਮੋਲੀਕਿਊਲ ਆ, ਜਿਹੜੇ ਐਟਮ ਆ ਨੇੜੇ ਆ ਕਿ ਦੂਰ ਆ, ਖਿਲਰੇ ਆ। ਜਿੱਦਾਂ ਗੈਸਾਂ ਦੀ ਡੈਂਸਿਟੀ ਨੈਚੁਰਲ ਆ, ਕਿਉਂਕਿ ਮੋਲੀਕਿਊਲ ਬੜੀ ਦੂਰ ਹੋਣਗੇ ਤਾਂ ਉਹ ਕਾਫੀ ਘੱਟ ਹੀ ਹੋਊਗੀ। ਤਾਂ ਜਿਹੜਾ ਲਿਕੁਇਡ ਆ ਉਹਦੀ ਡੈਂਸਿਟੀ ਥੋੜ੍ਹੀ ਜ਼ਿਆਦਾ ਹੋਊਗੀ। ਜਿੱਦਾਂ ਆਪਾਂ ਕਹਿ ਲਈਏ ਕਿ ਗੈਸ ਦੇ ਵਿੱਚ ਮੋਲੀਕਿਊਲ ਬੜੇ ਖੁੱਲ੍ਹੇ ਹੁੰਦੇ ਆ, ਹੈ ਨਾ। ਅਤੇ ਜੇ ਲਿਕੁਇਡ ਹੋਵੇ ਤਾਂ ਲਿਕੁਇਡ ਵਿੱਚ ਥੋੜ੍ਹੇ ਨੇੜੇ ਹੁੰਦੇ ਆ। ਸੋ ਇਹਨਾਂ ਦੇ ਵਿੱਚ ਸੰਘਣਾਪਣ ਜਿਹੜਾ ਵੀ ਨੇੜਤਾ ਜਿਹੜੀ ਆ, ਕਲੋਜ਼ਨੈਸ ਜ਼ਿਆਦਾ ਵਾ, ਥੋੜ੍ਹਾ ਟਾਈਟ ਆ ਇਹ ਲਿਕੁਇਡ ਦੇ ਵਿੱਚ। ਤਾਂ ਜੇ ਕੋਈ ਸੋਲਿਡ ਆ ਉਹਦੇ ਵਿੱਚ ਬਿਲਕੁਲ ਹੀ ਇੱਦਾਂ ਨਾਲ ਜੁੜ ਕੇ ਬੈਠੇ ਹੋਏ ਆ। ਅਤੇ ਉਹਦੇ ਵਿੱਚ ਤਾਂ ਜਿੱਦਾਂ ਲੋਹਾ ਵਗੈਰਾ ਹੈਗਾ, ਸੋ ਐਨ ਬਿਲਕੁਲ ਨਾਲ। ਸੋ ਇਹ ਸੋਲਿਡ ਆ, ਸੋਲਿਡ ਦੇ ਵਿੱਚ ਬਿਲਕੁਲ ਨਾਲ ਨੇੜੇ ਆ। ਲਿਕੁਇਡ 'ਚ ਥੋੜ੍ਹਾ ਦੂਰ ਹੈ, ਇਹਦਾ ਪਾਣੀ ਆ, ਅਤੇ ਗੈਸ ਆ ਉਹ 'ਚ ਬੜਾ ਦੂਰ ਆ। ਇਹਦੇ ਨਾਲ ਇਹਦੀ ਡੈਂਸਿਟੀ ਜਿਹੜੀ ਹੈਗੀ ਕਾਫੀ ਘੱਟ ਆ, ਇਹਦੀ ਥੋੜ੍ਹੀ ਜ਼ਿਆਦਾ, ਇਹਦੀ ਹੋਰ ਜ਼ਿਆਦਾ। ਫਿਰ ਹੁਣ ਉਹ ਹੋ ਜਾਂਦਾ ਵੀ ਲੋਹਾ ਆ ਕਿ ਸੋਨਾ ਆ ਕਿ ਚਾਂਦੀ ਆ, ਉਹਨਾਂ ਦੀ ਡੈਂਸਿਟੀ ਮਾਸ ਪਰ ਯੂਨਿਟ ਵੋਲੀਅਮ, ਆਪਾਂ ਡੈਂਸਿਟੀ ਦੇ ਬਾਰੇ ਪੜ੍ਹਿਆ ਸੀਗਾ, ਮਾਸ ਪਰ ਯੂਨਿਟ ਵੋਲੀਅਮ। ਸੋ ਇਹ ਡੈਂਸਿਟੀ ਇਕੱਲੀ ਡੈਂਸਿਟੀ ਹੋਵੇ ਤਾਂ ਉਹ ਚੀਜ਼ ਹੁੰਦੀ ਆ, ਹੈ ਨਾ। ਬਟ ਇੱਥੇ ਹੈਗਾ ਵੇਪਰ ਡੈਂਸਿਟੀ। ਸੋ ਇਹ ਇੱਕ ਨਵੀਂ ਤਰ੍ਹਾਂ ਦੀ ਗੱਲ ਹੋ ਗਈ। ਸੋ ਇਹ ਇਸ ਡੈਂਸਿਟੀ ਨਾਲ ਬਹੁਤਾ ਰਿਲੇਟ ਨਹੀਂ ਕਰਨਾ ਇਹਨੂੰ, ਇਹ ਵਾਲੀ ਡੈਂਸਿਟੀ ਅਲੱਗ ਸੀਗੀ। ਸੋ ਇਹ ਸਿੱਧੀ ਡੈਂਸਿਟੀ ਦੀ ਡੈਫੀਨੇਸ਼ਨ ਸੀਗੀ ਇਹ ਮਾਸ ਬਟਾ ਵੋਲੀਅਮ। ਸੋ ਇਹ ਵਾਲੀ ਡੈਂਸਿਟੀ ਇੱਥੇ ਨਹੀਂ ਹੈਗੀ, ਇਹ ਹੈਗੀ ਆ ਵੇਪਰ ਡੈਂਸਿਟੀ। ਸੋ ਵੇਪਰਸ ਦੇ ਨਾਲ ਸੰਬੰਧਿਤ ਆ। ਵੇਪਰ ਹੁੰਦੇ ਆ ਵਾਸ਼ਪ ਜਿਹੜੇ ਬਣ ਜਾਂਦੇ ਆ, ਕੋਈ ਗੈਸ ਦੇ ਵਿੱਚੋਂ ਜਾਂ ਕਿਸੇ ਵੀ ਸਬਸਟਾਂਸ ਤੋਂ ਵੇਪਰ ਜਿਹੜੇ ਆ ਪੈਦਾ ਹੋ ਸਕਦੇ ਆ। ਉਹਨਾਂ ਦੀ ਡੈਂਸਿਟੀ ਦੇ ਬਾਰੇ ਇੱਥੇ ਗੱਲ ਹੋ ਰਹੀ ਆ। ਇਹ ਕੀ ਕਹਿੰਦਾ ਕਿ ਜੇ ਕੋਈ ਸਾਡੇ ਕੋਲ ਮਾਸ ਹੈਗਾ, ਕੋਈ ਸਬਸਟਾਂਸ ਹੈਗਾ, ਮੰਨ ਲਓ ਪਤਾ ਨਹੀਂ 10 ਗ੍ਰਾਮ, 20 ਗ੍ਰਾਮ, 100 ਗ੍ਰਾਮ, 50 ਗ੍ਰਾਮ, ਲੱਖ ਗ੍ਰਾਮ, ਜਿੰਨਾ ਵੀ ਗ੍ਰਾਮ ਹੈਗਾ, ਉਹਦਾ ਕੋਈ ਵੋਲੀਅਮ ਹੋਊਗਾ, ਕੋਈ ਨਾ ਕੋਈ ਵੋਲੀਅਮ ਤਾਂ ਹੋਏਗਾ ਹੀ। ਜਿੰਨਾ ਵੀ ਉਹ ਸਮਾਨ ਆ ਉਹਨੂੰ ਤੁਸੀਂ ਉਹਦਾ ਵੋਲੀਅਮ ਤੁਸੀਂ ਨਾਪ ਸਕਦੇ ਹੋ, ਉਹਦਾ ਸਰਟਨ ਵੋਲੀਅਮ ਹੋਏਗਾ, ਠੀਕ ਆ। ਮੰਨ ਲਓ ਉਹਦਾ ਵੋਲੀਅਮ 85 ਮਿਲੀਲੀਟਰ ਆ, ਠੀਕ ਆ। ਜਸਟ ਐਵੇਂ ਹੀ ਮੈਂ ਕਹਿ ਰਿਹਾ, ਇਹਦਾ ਕੋਈ ਮਤਲਬ ਨਹੀਂ ਗਾ ਵੀ ਮੰਨ ਲਓ ਕਿ 85 ਮਿਲੀਲੀਟਰ ਆ, ਕੋਈ ਨਾ ਕੋਈ ਵੋਲੀਅਮ ਤਾਂ ਹੋਏਗਾ ਨਾ। ਤਾਂ ਇੱਦਾਂ ਹੀ ਜਿਹੜਾ 85 ml ਆ ਮਾਸ ਆ, ਜਿਹੜਾ ਸਬਸਟਾਂਸ ਆ ਉਹਦਾ ਕੋਈ ਮਾਸ ਆ, ਪਤਾ ਨਹੀਂ ਉਹਨੂੰ ਕਿੰਨਾ ਮਾਸ ਆ, 20 ਗ੍ਰਾਮ ਆ ਕਿ 50 ਗ੍ਰਾਮ ਆ, ਮੰਨ ਲਓ ਕਿ 25 ਗ੍ਰਾਮ ਮਾਸ ਆ, ਅਤੇ ਉਹਦਾ ਜਿਹੜਾ ਵੋਲੀਅਮ ਆ 85 ml ਆ ਆਫ ਏ ਸਬਸਟਾਂਸ। ਸੋ ਮਾਸ ਆਫ ਸਰਟਨ ਵੋਲੀਅਮ ਆਫ ਸਬਸਟਾਂਸ, ਮਤਲਬ 85 ml ਉਹ ਵਾਲਾ ਜਿਹੜਾ ਵੀ ਸਮਾਨ ਹੋਊਗਾ, ਜਿਹੜਾ ਵੀ ਪਦਾਰਥ ਹੋਊਗਾ, ਸਬਸਟਾਂਸ ਹੋਊਗਾ, ਉਹਦੇ 25 ਗ੍ਰਾਮ ਆ ਮੰਨ ਲਓ। ਅਤੇ ਅਸੀਂ ਕੀ ਕਰਨਾ, ਉਹਦੀ ਰੇਸ਼ੋ 2 ਦਾ ਰੇਸ਼ੋ ਮੈਨੇ ਬਟਾ ਹੁੰਦਾ। ਸੋ ਜਿਹਦਾ ਰੇਸ਼ੋ ਆਫ A ਐਂਡ B। ਸੋ ਲੈਟ ਅਸ ਰਾਈਟ ਹੇਅਰ ਅੰਡਰਸਟੈਂਡ ਵਟ ਇਜ਼ ਰੇਸ਼ੋ, ਕਿਉਂਕਿ ਰੇਸ਼ੋ ਕਈ ਵਾਰੀ ਆਉਣਾ ਆਪਣੇ ਕੋਲ। ਰੇਸ਼ੋ ਆਫ A to B, ਮਤਲਬ A ਦੀ B ਨਾਲ ਰੇਸ਼ੋ ਮੈਨੇ ਕੀ ਹੁੰਦਾ A ਬਟਾ B। ਇਹ ਰੇਸ਼ੋ ਆਫ A to B ਦਾ ਮਤਲਬ ਹੁੰਦਾ A ਬਟਾ B। ਸੋ ਇਟ ਇਜ਼ ਦਾ ਰੇਸ਼ੋ ਆਫ, ਮਤਲਬ ਇਹ ਬਟਾ ਆ, ਰੇਸ਼ੋ ਮੈਨੇ ਬਟਾ ਆ, ਕਿਹਦਾ ਬਟਾ ਆ, ਮਾਸ ਆਫ ਸਰਟਨ ਵੋਲੀਅਮ ਆਫ ਸਬਸਟਾਂਸ। ਮਤਲਬ ਇੱਕ ਵੋਲੀਅਮ ਲੈ ਲਿਆ ਆਪਾਂ, ਮਤਲਬ ਇੱਕ ਆਹ ਬਰਤਨ ਲੈ ਲਿਆ, ਆਹ ਵਾਲਾ ਕੋਈ ਬਰਤਨ ਲੈ ਲਿਆ ਜਾਂ ਸਮਥਿੰਗ ਜੋ ਵੀ ਲੈ ਲਿਆ, ਇਹ 'ਚੋਂ ਸਮਾਨ ਪਾ ਲਿਆ, ਇਹਨੂੰ ਭਰ ਲਿਆ, ਉਹ ਵਾਲੀ ਚੀਜ਼ ਨਾਲ ਭਰ ਲਿਆ, ਚੰਗੀ ਤਰ੍ਹਾਂ ਭਰ ਲਿਆ। ਉਹ ਜਿਹੜੀ ਵੀ ਚੀਜ਼ ਸੀਗੀ, ਟਾਈਟ ਸੀ, ਲੋਹਾ ਸੀ, ਚਾਂਦੀ ਸੀ, ਪਾਣੀ ਸੀ, ਕੀ ਸੀਗਾ, ਇਹਨੂੰ ਭਰ ਲਿਆ, ਟਾਈਟ ਕਰ ਲਿਆ, ਇਹਨੂੰ ਪੂਰਾ ਚੰਗੀ ਤਰ੍ਹਾਂ ਇਹਨੂੰ ਜਿਹੜਾ ਬਰਤਨ ਨੂੰ ਆਪਾਂ ਨੇ ਭਰ ਲਿਆ। ਸੋ ਇੱਕ ਬਰਤਨ ਲੈ ਕੇ, ਇਹੀ ਬਰਤਨ ਦੇ ਵਿੱਚ ਦੁਬਾਰਾ ਫਿਰ ਸੇਮ ਬਰਤਨ, ਉਹ ਸੇਮ ਵੋਲੀਅਮ ਦੁਬਾਰਾ, ਫਿਰ ਉਹੀ ਵੋਲੀਅਮ, ਮਤਲਬ ਉਹੀ ਬਰਤਨ ਦੁਬਾਰਾ ਲੈਣਾ, ਉਹੀ ਵਾਲੇ ਬਰਤਨ ਦੇ ਵਿੱਚ ਹੁਣ ਕੀ ਭਰਨਾ, ਹਾਈਡਰੋਜਨ ਗੈਸ। ਹੁਣ ਉਹੀ ਸੇਮ ਬਰਤਨ ਵਿੱਚ ਆਪਾਂ ਸੇਮ ਵੋਲੀਅਮ। ਸੋ ਪਹਿਲਾਂ ਸਰਟਨ ਵੋਲੀਅਮ ਆ, ਮਤਲਬ ਉਹ ਜਿਹੜਾ ਵੀ ਉਹਦਾ ਵੋਲੀਅਮ ਸੀਗਾ, ਉਹਦਾ ਜਿੰਨਾ ਮਰਜ਼ੀ ਹੋਵੇ, ਸਾਨੂੰ ਕੋਈ ਨਹੀਂ। ਹੁਣ ਅਸੀਂ 85 ml ਕਹਿ ਦਿੱਤਾ ਨਾ ਵੀ ਇਹ 85 ml ਹੈਗਾ। ਹੁਣ ਇਹ ਬਰਤਨ 85 ml ਦਾ ਸੀਗਾ ਅਤੇ ਇਹ 'ਚ ਹੀ ਉਹ ਸਮਾਨ ਸੀ ਜਿਹਦੀ ਗੱਲ ਹੋ ਰਹੀ ਆ। ਹੁਣ ਇਹ ਵਾਲੇ ਸਮਾਨ ਨੂੰ ਕੱਢ ਲੈਣਾ ਅਤੇ ਇਹਦੀ ਥਾਂ 'ਤੇ ਤੁਸੀਂ ਸੋਚੋ ਕਿ ਹਾਈਡਰੋਜਨ ਗੈਸ ਭਰਨੀ ਹੈ ਇੰਨੀ ਹੋਈ, ਸੇਮ ਵੋਲੀਅਮ, ਹਾਈਡਰੋਜਨ ਦਾ ਸੇਮ ਵੋਲੀਅਮ ਲੈਣਾ, ਫਿਰ ਦੋਨਾਂ ਨੂੰ ਡਿਵਾਈਡ ਕਰਨਾ। ਸੋ ਇਟ ਇਜ਼ ਦਾ ਰੇਸ਼ੋ ਆਫ ਮਾਸ ਆਫ ਸਰਟਨ ਵੋਲੀਅਮ ਆਫ ਸਬਸਟਾਂਸ। ਆ ਪੂਰੀ ਲਾਈਨ ਆ, ਮਾਸ ਆਫ
ਸਰਟੇਨ ਵੋਲਿਊਮ ਆਫ ਸਬਸਟਾਂਸ। ਇੱਥੇ ਤੱਕ ਇੱਕ ਗੱਲ ਹੋ ਗਈ ਕਿ ਆਹ ਮਾਸ ਲੈਣਾ ਆਪਾਂ ਕਿਹਦਾ, ਇਸ ਵੋਲਿਊਮ ਦਾ, ਇਹ ਵਾਲੇ ਵੋਲਿਊਮ 'ਚ ਜਿੰਨਾ ਸਮਾਨ ਆਇਆ ਉਹਦਾ ਮਾਸ ਲੈਣਾ। ਕਿੰਨਾ ਮਾਸ ਆ ਇੱਥੇ ਆਪਾਂ 25 ਗ੍ਰਾਮ ਮੰਨਦੇ ਪਏ ਹਾਂ। ਅਸੀਂ ਕਿਹਾ ਵੀ ਵੋਲਿਊਮ ਇਹਦਾ 85 ml। ਅਸੀਂ ਬਰਤਨ ਹੀ ਉੱਦਾਂ ਦਾ ਉਹਨੇ ਨਾਪ ਕੇ ਬਾਕੀ ਕੱਟ ਦੇਣਾ, ਬਰਤਨ ਕਹਿ ਲਓ, ਬਸ ਜਿੰਨਾ ਸਮਾਨ ਆ ਉਨਾ ਹੀ ਅਸੀਂ ਉਹਦਾ ਵੋਲਿਊਮ ਲੈਣਾ, ਵੀ ਉਹਨੂੰ ਜਿਸ ਢੰਗ ਨਾਲ ਵੀ ਅਸੀਂ ਨਾਪ ਲਿਆ। ਟੂ ਦਾ ਮਾਸ ਆਫ ਸੇਮ ਵੋਲਿਊਮ, ਜਿੰਨਾ ਇਹ ਵੋਲਿਊਮ ਲਿਆ ਸੀ ਓਨਾ ਹੀ ਵੋਲਿਊਮ ਅਸੀਂ ਹਾਈਡਰੋਜਨ ਗੈਸ ਦਾ ਲੈ ਕੇ ਤੇ ਉਹਦਾ ਕਿੰਨਾ ਮਾਸ ਆ ਉਹਦੇ ਨਾਲ ਉਹਨੂੰ ਡਿਵਾਈਡ ਕਰਨਾ। ਟੂ ਦਾ ਆ, ਟੂ ਦਾ ਆ ਗਿਆ, ਟੂ ਦਾ ਮਾਸ ਆਫ। ਸੋ ਰੇਸ਼ੋ ਆਫ ਦਿਸ ਟੂ ਦਾ ਦੈਟ, रेशो ऑफ दिस थिंग टू द दैट थिंग, ठीक है ना। रेशो ऑफ दिस मास टू द मास ऑफ दैट थिंग। सो रेशो ऑफ ए टू बी, रेशो ऑफ ए टू बी, मास ऑफ ए टू मास ऑफ बी। सो इत्थे तुसीं ऐ कह दो रेशो ऑफ मास ऑफ ए टू मास ऑफ बी, मास ऑफ बी, मतलब आ गल है। रेशो हमेशा लाइन इदां ही लिखी जानी है, रेशो ऑफ समथिंग टू समथिंग। सो मतलब ए बटा बी। सो इत्थे हुण अपने को की है, रेशो ऑफ mass of certain volume of substance to the mass of same volume of hydrogen gas। so vapor pressure is equal to molar mass of gas ਜਾਂ ਉਹ substance ਜਾਂ ਉਹ ਗੈਸ ਵੀ ਹੋ ਸਕਦੀ ਆ, ਪਦਾਰਥ ਜਿਹੜਾ ਵੀ ਹੈਗਾ, ਡਿਵਾਈਡ ਬਾਏ ਮੋਲਰ ਮਾਸ ਆਫ ਹਾਈਡਰੋਜਨ। ਹੁਣ ਹਾਈਡਰੋਜਨ ਇੱਥੇ H2 ਆ, H2 ਇਹਦਾ ਮਤਲਬ ਮੋਲਰ ਮਾਸ ਇਹਦਾ 2 ਬਣਿਆ, ਕਿਉਂਕਿ H2 ਆ, H ਦੇ ਨਾਲ H ਜੁੜਿਆ ਹੋਇਆ। ਸੋ ਵੇਪਰ ਪ੍ਰੈਸ਼ਰ ਇਜ਼ ਮੋਲਰ ਮਾਸ ਆਫ ਗੈਸ ਜਾਂ ਸਬਸਟਾਂਸ डिवाइड बाय 2 तो मोलर मास ऑफ गैस इज इक्वल टू 2 इंटू वेपर प्रैशर। यदा मतलब कई बार नूमैरिकल तो वेपर प्रैशर दे दे तो आप घबरा नहीं जाना, असी मोल विच उहदा मास लभण लई उहनूं 2 नाल गुणा कर लेना, 2 गुणा वेपर प्रैशर आप कर लेना। सो मोलर मास ऑफ गैस बराबर 2 गुणा वेपर प्रैशर। सो ये कोई यूनिट नहीं होने क्योंकि भी मोलर मास है, भी मोलर मास आ, सो इसलिए यूनिट ये कोई नहीं बनने है। So it has no units। so this is about vapor density। so sorry इत्थे pressure लिखता है, density है। so vapor density, so vapor VD, vapor density। so इत्थे भी VP लिखता। so vapor density, so vapor density जिहड़ी हैगी आ, सो इत्थे भी सारे किते लिखे। चलो सो ये वेपर डेंसिटी आ, वेपर डेंसिटी की आ, वेपर डेंसिटी मोलर मास ऑफ सबसटांस डिवाइड बाय 2, मतलब हाइड्रोजन का लेना वो 2 ही होंगे हमेशा। सो इसलिए ये मोलर मास ऑफ सबसटांस डिवाइड बाय 2। सो देयरफॉर मोलर मास इज इक्वल टू 2 इंटू वेपर डेंसिटी। सो इतने डेंसिटी से इतने VD प्रैशर लिखा गया सी। सो तुसीं इहनूं सही कर लेना। सो दैन यू हैव द अदर थिंग विच इज़ ऑफ इंपोर्टेंस, कई बार वो लोड़ पैनी आ, दैट इज़ रैलेटिव डेंसिटी ਜਾਂ स्पैसीफिक ग्रैविटी। रैलेटिव डेंसिटी ਜਾਂ स्पैसीफिक ग्रैविटी, ਇਹਦਾ ਸੰਬੰਧ ਮਾਸ ਬਾਏ ਵੋਲਿਊਮ ਵਾਲੀ ਗੱਲ ਨਾਲ ਹੈਗਾ, ਮਾਸ ਬਾਏ ਵੋਲਿਊਮ ਵਾਲੀ ਗੱਲ ਨਾਲ, ਜਿਹਨੂੰ ਡੈਂਸਿਟੀ ਕਹਿੰਦੇ ਆ। ਸੋ ਇਹਨੂੰ ਆਮ ਕਰਕੇ ਮਾਸ ਬਟਾ ਵੋਲਿਊਮ ਨੂੰ ਡੈਂਸਿਟੀ ਕਹਿੰਦੇ ਆ, ਤੇ ਇਹਨੂੰ ਰੋ ਦੇ ਨਾਲ ਲਿਖਦੇ ਆ, ਇੱਦਾਂ ਗੋਲ ਜਿਹਾ ਬਣਾ ਕੇ ਲਿਖਦਾ। ਦੇਖੋ ਧਿਆਨ ਨਾਲ, ਇੱਥੋਂ ਸ਼ੁਰੂ ਕਰਕੇ ਆ ਗੋਲ ਜਿਹਾ ਐਂ ਕਰਕੇ ਐਂ ਕਰ ਦਿੰਦੇ ਆਪਾਂ ਇਹਨੂੰ, ਫਿਰ ਦੇਖ ਲਓ। ਸੋ ਹਾਊ ਡੂ ਵੀ ਰਾਈਟ ਦਿਸ, ਦਿਸ ਇਜ਼ ਨੋਨ ਐਜ਼ ਰੋ, RHO, रो। दिस इज रो, ठीक है। सो दिस इज रिटन एज इदा, थोड़ा आ सीधी लकीर नहीं हैगी, वर्टिकल नहीं हैगी, इदा आ सीधी लकीर है ना, बिल्कुल खड़ी लकीर। आप इनू ऐ थोड़ा जिहा इधरों ऐ करके गोल जिहा करके इनू थोड़ा जिहा टेढ़ा जिहा करके ऐ नू क्रॉस करवा देंगे। सो इदा करके बनता है, ठीक है। सो दिस इज रो। सो ये रो हैगा, इनू रो कहते आ वाले अखर नूं, ये दूजी भाषा का अखर आ, जिद्दां ABC हुंदी है, दूजी भाषा की ABC दी आ रहा है, दूजी भाषा का आ रहा, ठीक है। सो मास बटा वॉल्यूम इज रो, मतलब इनू आप इदां रिप्रजेंट करते हैं आम करके। डी कई बार डी भी लिख लेंगे डेंसिटी लई, ते बहुतियां किताबां च पुरानियां विच आम करके रो ही लिखिया मिलूगा तुहानूं। सो रैलेटिव डेंसिटी ਜਾਂ इनू स्पैसीफिक ग्रैविटी भी कहते हैं। सो दिस इज आल्सो नोन एज स्पैसीफिक ग्रैविटी। सो इनू आप रैलेटिव डेंसिटी ਜਾਂ स्पैसीफिक ग्रैविटी। सो ये हुंदी की इहदी की डेफिनेशन है, हैगा जिहड़ा भी पदार्थ जिहड़ा भी सैंपल तुहानूं दिता उहदी डेंसिटी डिवाइड बाय पानी की डेंसिटी 4 डिग्री सैल्सीयस ते, 4 डिग्री सैल्सीयस ते। मैं थोड़ी देर पहलों एक वीडियो दे विच गल कीती सी कि भी 4 डिग्री सैल्सीयस ते पानी बिल्कुल संघना हो जाता, टाइट हो जाता, वो डेंसिटी बहुत ज़्यादा हो जाती है, वो मॉलीक्यूल बहुत नेड़े नेड़े हो जाते हैं। मतलब तुसीं ऐ समझो भी ठंड लग गई तो सुंगड़ गए, कट्ठे हो के बह गए। जदों आपां नूं सर्दी लगदी आ, जिद्दां क्लास में जो बच्चे बैठे होंदे सर्दियां होंदियां, फिर एक बेंच से 2 बच्चे बैठते, वो 3-3 बहन लग जाते हैं भी ठंड आ, नेड़े नेड़े टाइट हो के बह जाओ।
ਤੇ ਬੈਂਚ ਵੀ ਨੇੜੇ ਨੇੜੇ ਕਰ ਲਓ, ਖੁੱਲ੍ਹਾ ਖੁੱਲ੍ਹਾ ਨਾ ਕਰੋ। ਤੇ ਗਰਮੀਆਂ ਨੂੰ ਆਪਾਂ ਕਰਦੇ ਹਾਂ ਬੈਂਚ ਖਿਲਾਰ ਦਿੰਦੇ ਹਾਂ ਕਲਾਸ 'ਚ ਸਾਰੀ ਦੇ ਵਿੱਚ, ਤੇ ਬੱਚੇ ਵੀ ਕਹਿੰਦੇ ਜੀ ਨਹੀਂ ਆਪਾਂ ਤਾਂ ਇਕੱਲੇ ਹੀ ਬਹਿਣਾ, ਦੋ ਬਹਿਣੇ ਹੀ ਨਹੀਂ, ਉਦੋਂ ਦੋ ਵੀ ਨਹੀਂ ਬੈਠ ਕੇ ਰਾਜੀ ਹੁੰਦੇ, ਬੜੀ ਮੁਸ਼ਕਿਲ ਨਾਲ ਦੋ ਬੈਠਦੇ ਆ। ਸੋ ਉਹ ਵਾਲੀ ਸਥਿਤੀ ਆ। ਪਾਣੀ 4 ਡਿਗਰੀ ਦੇ ਉੱਪਰ ਬਹੁਤ ਜ਼ਿਆਦਾ ਟਾਈਟ ਹੋ ਜਾਂਦਾ, ਉਹਨੂੰ ਬਹੁਤ ਠੰਡ ਲੱਗ ਜਾਂਦੀ ਆ ਪਾਣੀ ਨੂੰ, ਪਾਣੀ ਕਹਿ ਲਓ ਸੁੰਗੜ ਜਾਂਦਾ ਉੱਥੇ ਜਾ ਕੇ, ਟਾਈਟ ਹੋ ਜਾਂਦਾ। ਅਤੇ ਇਹ ਗੱਲ ਆਪਾਂ ਅੱਗੇ ਵੀ ਦੱਸੀ ਆ। ਸੋ ਇਹਨੂੰ ਅਨੋਮਲਸ ਬਿਹੇਵੀਅਰ ਆਫ ਵਾਟਰ ਕਹਿੰਦੇ ਆ, ਕਿ ਪਾਣੀ ਇੱਕ ਅਨੋਮਲੀ ਕਰਦਾ ਵਾ ਵੀ। ਬਾਕੀ ਇਹਨੂੰ ਕਰਨਾ ਤਾਂ ਕੀ ਚਾਹੀਦਾ ਸੀਗਾ ਕਿ ਇਹਨੂੰ ਠੰਡ ਤੋਂ ਬਾਅਦ 4 ਡਿਗਰੀ ਤੋਂ ਬਾਅਦ ਵੀ ਸੁੰਗੜਨਾ ਚਾਹੀਦਾ ਸੀਗਾ, ਪਰ ਇਹਦਾ ਮਤਲਬ ਕਿ ਇੱਥੇ ਸੁੰਗੜਦਾ, ਇਸ ਤੋਂ ਬਾਅਦ ਫਿਰ ਇਹ ਫੈਲਦਾ, ਮਤਲਬ 3 ਡਿਗਰੀ 'ਤੇ ਫੈਲਦਾ, 2 ਡਿਗਰੀ 'ਤੇ ਹੋਰ ਫੈਲਦਾ, 1 'ਤੇ ਹੋਰ ਫੈਲਦਾ, 0 ਡਿਗਰੀ 'ਤੇ ਜਦੋਂ ਇਹ ਬਰਫ਼ ਬਣਦਾ ਤਾਂ ਹੋਰ ਜ਼ਿਆਦਾ ਫੈਲ ਜਾਂਦਾ। ਸੋ ਸੁੰਗੜ ਮੈਕਸੀਮਮ ਜਿਹੜਾ ਇਹ ਟਾਈਟ ਹੁੰਦਾ ਜਾਂ ਸੁੰਗੜ ਜਾਂਦਾ, ਜਾਂ ਇਹਦੀ ਜਿਹੜੀ ਡੈਂਸਿਟੀ ਆ ਬਹੁਤ ਜ਼ਿਆਦਾ ਹੋ ਜਾਂਦੀ ਆ, ਉਹ ਇਸ ਜਗ੍ਹਾ 'ਤੇ ਹੋ ਜਾਂਦੀ, ਮਤਲਬ ਇਹਦਾ ਵੋਲੀਊਮ ਮਿਨੀਮਮ ਹੋ ਜਾਂਦਾ ਇਸ ਜਗ੍ਹਾ 'ਤੇ। ਸੋ ਅਸੀਂ ਵਾਟਰ ਜਿਹੜਾ ਹੈਗਾ ਪਾਣੀ ਦੇ ਨਾਲ ਕੰਪੇਅਰ ਕਰਨਾ, ਕਿਉਂਕਿ ਇਹ ਵੀ ਡੈਂਸਿਟੀ ਬਟਾ ਡੈਂਸਿਟੀ ਆ, ਇਹਦੇ ਵੀ ਯੂਨਿਟ ਨਹੀਂ ਹੋਣਗੇ। ਸੋ ਇਨ ਜਰਨਲ ਜੇ ਲੈਣਾ ਹੋਵੇ ਤਾਂ ਰੋ ਸੈਂਪਲ ਬਟਾ ਰੋ ਰੈਫਰੈਂਸ ਹੁੰਦਾ, ਕਈ ਵਾਰੀ ਰੈਫਰੈਂਸ ਹਵਾ ਵੀ ਹੋ ਸਕਦੀ ਆ, ਉਹ ਆਮ ਕਰਕੇ ਗੈਸਾਂ ਦੀ ਸਥਿਤੀ ਵਿੱਚ ਹੁੰਦਾ ਵਾ। ਜੇ ਕੋਈ ਗੈਸਾਂ ਦੇ ਨਾਲ ਕਰਨਾ ਹੋਵੇ ਤਾਂ ਰੋ ਵਾਟਰ ਜਿਹੜਾ ਹੈਗਾ ਉਹ 1000 ਕਿਲੋਗ੍ਰਾਮ ਪਰ ਮੀਟਰ ਕਿਊਬ ਹੁੰਦਾ ਵਾ, ਇਹ ਆਪਾਂ ਯਾਦ ਰੱਖ ਸਕਦੇ ਹਾਂ। ਸੋ ਦਿਸ ਇਜ਼ 1 ਗ੍ਰਾਮ ਪਰ, ਜੇ ਯੂਨਿਟ ਜਿਹੜੇ ਆ ਜੇ ਗ੍ਰਾਮ CGS ਯੂਨਿਟ ਆ, ਆਹ SI ਯੂਨਿਟ ਆ। ਸੋ SI ਵਿੱਚ 1000 ਆ, ਅਤੇ ਉਹਦੇ ਵਿੱਚ 1 ਹੈਗਾ। ਸੋ ਇਸ ਕਰਕੇ ਜਿਹੜਾ ਹੈਗਾ ਆਪਣੇ ਕੋਲ ਸਪੈਸੀਫਿਕ ਗ੍ਰੈਵਿਟੀ ਜਾਂ ਰੈਲੇਟਿਵ ਡੈਂਸਿਟੀ ਜਿਹੜੀ ਆ ਉਹ ਇਹਨਾਂ ਚੀਜ਼ਾਂ ਦੇ ਬਰਾਬਰ ਆ। ਸੋ ਇਹਨਾਂ ਚੀਜ਼ਾਂ ਦੀ ਲੋੜ ਆਪਾਂ ਨੂੰ ਕਿਤੇ ਨਾ ਕਿਤੇ ਕਿਸੇ ਨੂਮੈਰੀਕਲ ਜਾਂ ਅਦਰਵਾਈਜ਼ ਵਿੱਚ ਕਿਤੇ ਆ ਸਕਦੀ ਆ, ਅਤੇ ਉਦੋਂ ਫਿਰ ਸਾਨੂੰ ਲੱਭਣਾ ਪਊਗਾ ਵੀ ਕੀ ਚੀਜ਼ ਆ। ਇਸ ਲਈ ਆਪਾਂ ਪਹਿਲਾਂ ਹੀ ਇਹ ਦਿਮਾਗ 'ਚ ਬਿਠਾ ਲੈਣਾ ਕਿ ਇਹ ਚੀਜ਼ਾਂ ਦੀ ਸਾਨੂੰ ਲੋੜ ਪੈ ਸਕਦੀ ਹੈਗੀ ਆ। ਥੈਂਕ ਯੂ।